Welcome to the lecture of engineering material. My name is Ahmed Verma from mechanical department in Satyam Group of Institute. ਸੋ ਅੱਜ ਦਾ ਜੋ ਆਪਣਾ ਚੈਪਟਰ ਚੱਲ ਰਿਹਾ ਹੀਟ ਟਰੀਟਮੈਂਟ, ਉਸ ਦੇ ਵਿੱਚ ਜੋ ਆਪਣਾ ਟੌਪਿਕ ਹੈ ਆਪਾਂ ਗੱਲ ਕਰਾਂਗੇ ਹੀਟ ਟਰੀਟਮੈਂਟ ਦੇ ਬਾਰੇ ਕਿ ਹੀਟ ਟਰੀਟਮੈਂਟ ਕੀ ਹੁੰਦੀ ਆ, ਹੀਟ ਟਰੀਟਮੈਂਟ ਕਿਉਂ ਕੀਤਾ ਜਾਂਦਾ, ਇਹਦੇ ਬੇਸਿਕ ਸਟੈਪਸ ਕੀ ਆ, ਠੀਕ ਹੈ, ਉਹਦੇ ਬਾਰੇ ਆਪਾਂ ਗੱਲ ਕਰਾਂਗੇ ਅੱਜ। ਸੋ ਹੀਟ ਟਰੀਟਮੈਂਟ ਇਜ਼ ਅ ਪ੍ਰੋਸੈਸ ਆਫ ਹੀਟਿੰਗ ਐਂਡ ਕੂਲਿੰਗ ਮੈਟਲ ਯੂਜ਼ਿੰਗ ਸਪੈਸੀਫਿਕ ਪ੍ਰੀਡਿਟਰਮਾਈਨਡ ਮੈਥਡ ਟੂ ਆਬਟੇਨ ਡਿਜ਼ਾਇਰਡ ਪ੍ਰੋਪਰਟੀਜ਼। ਹੀਟ ਟਰੀਟਮੈਂਟ ਪ੍ਰੋਸੈਸ ਨੂੰ ਆਪਾਂ ਕਰਨ ਦਾ ਜੋ ਤਰੀਕਾ ਆ, ਬੇਸਿਕ ਇਹਦਾ ਪ੍ਰਿੰਸੀਪਲ ਆ ਕਿ ਇਸ ਨੂੰ ਹੀਟ ਕਰਦੇ ਹਾਂ, ਫਿਰ ਕੂਲ ਕਰਦੇ ਹਾਂ, ਕੂਲਿੰਗ ਕਰਦੇ ਹਾਂ ਮੈਟਲ ਨੂੰ। ਸੋ ਇਹ ਕਿਉਂ ਕੀਤਾ ਜਾਂਦਾ ਇੱਦਾਂ, ਕਿਉਂਕਿ ਆਪਾਂ ਨੂੰ ਜੇਕਰ ਕਿਸੇ ਮਟੀਰੀਅਲ ਦੇ ਅੰਦਰ ਡਿਜ਼ਾਇਰਡ ਆਪਣੀ ਇੱਛਾ ਅਨੁਸਾਰ ਕਿਸੇ ਮਟੀਰੀਅਲ ਦੇ ਅੰਦਰ ਪ੍ਰੋਪਰਟੀਜ਼ ਚਾਹੀਦੀਆਂ ਕਿ ਉਹ ਬਹੁਤ ਜ਼ਿਆਦਾ ਹਲਕਾ ਹੋ, ਸੌਫਟ ਹੋ ਜਾਵੇ, ਠੀਕ ਹੈ। ਕੋਈ ਮੈਟਲ ਫੋਰ ਐਗਜ਼ਾਮਪਲ ਕੋਈ ਮੈਟਲ ਬਹੁਤ ਜ਼ਿਆਦਾ ਹਾਰਡ ਹੈ, ਉਹਨੂੰ ਸੌਫਟ ਕਰਨਾ ਆ, ਸੋ ਉਹਨੂੰ ਹੀਟ ਟਰੀਟਮੈਂਟ ਕੀਤਾ ਜਾਂਦਾ ਆ। ਉਹਨੂੰ ਕਿੰਨੀ ਹੀਟ ਪ੍ਰੋਵਾਈਡ ਕਰਨੀ ਹੈ ਅਤੇ ਕੂਲਿੰਗ ਰੇਟ ਕਿੰਨਾ ਹੋਣਾ ਚਾਹੀਦਾ ਹੈ। ਸੋ ਸਾਰਾ ਕੁਝ ਡਿਪੈਂਡ ਕਰਦਾ ਆ ਕਿ ਆਪਾਂ ਨੂੰ ਡਿਜ਼ਾਇਰਡ ਪ੍ਰੋਪਰਟੀਜ਼ ਕਿਹੜੀਆਂ ਚਾਹੀਦੀਆਂ, ਕਿੱਦਾਂ ਚਾਹੀਦੀਆਂ। ਸੋ ਉਹਦੇ ਅਕੋਰਡਿੰਗ ਟੂ ਆਪਾਂ ਉਸ ਮਟੀਰੀਅਲ ਨੂੰ ਹੀਟ ਕਰਕੇ ਉਸ ਨੂੰ ਠੰਡਾ ਕਰਦੇ ਹਾਂ, ਠੀਕ ਹੈ। ਸੋ ਡਿਫਰੈਂਟ ਮੈਥਡਸ ਆ, both ferrous as well as non-ferrous metal undergo heat treatment before putting them to use। ਸੋ ਦੋਨਾਂ ਫੀਰੀਅਸ ਐਂਡ ਨਾਨ ਫੀਰੀਅਸ ਮੈਟਲ ਦੋਨਾਂ ਨੂੰ ਹੀ ਆਪਾਂ ਹੀਟ ਟਰੀਟਮੈਂਟ ਦਿੱਤਾ ਜਾਂਦਾ। ਨੈਕਸਟ ਹੈ ਦੀ ਬੈਨੀਫਿਟਸ ਇਹਦੇ ਕੀ ਆ। ਦੇ ਆਰ ਵੇਰੀਅਸ ਰੀਜ਼ਨ ਫॉर ਕੈਰਿੰਗ ਆਊਟ ਦੀ ਹੀਟ ਟਰੀਟਮੈਂਟ। ਸਮ ਪ੍ਰੋਸੀਜਰ ਮੇਕ ਦੀ ਮੈਟਲ ਸੌਫਟ ਵਾਈਲ ਅਦਰ ਇੰਕਰੀਜ਼ ਹਾਰਡਨੈਸ। ਦਿਸ ਮੇਕ ਆਲਸੋ ਇਫੈਕਟ ਦੀ ਇਲੈਕਟ੍ਰੀਕਲ ਹੀਟ ਕੰਡਕਟੀਵਿਟੀ ਆਫ ਦੀਜ਼ ਮਟੀਰੀਅਲ। ਸੋ ਇਹਦਾ ਫਸਟ ਬੈਨੀਫਿਟ ਇਹ ਆ ਕਿ ਜੇਕਰ ਮਟੀਰੀਅਲ ਹੀਟ ਟਰੀਟਮੈਂਟ ਦੇ ਬੈਨੀਫਿਟਸ ਤਾਂ ਬਹੁਤ ਜ਼ਿਆਦਾ ਆ। ਕਈ ਵੇਲੇ ਮੈਟਲ ਨੂੰ ਆਪਾਂ ਸੌਫਟ ਕਰਨਾ ਹੋਵੇ ਤਾਂ ਠੀਕ ਹੈ, ਪ੍ਰੋਸੀਜਰ ਹੀਟ ਟਰੀਟਮੈਂਟ ਪ੍ਰੋਸੀਜਰ ਕੀਤਾ ਜਾਂਦਾ। ਕਈ ਵੇਲੇ ਹਾਰਡਨੈਸ ਨੂੰ ਇਨਕਰੀਜ਼ ਕਰਨ ਵਾਸਤੇ ਹੀਟ ਟਰੀਟਮੈਂਟ ਕੀਤਾ ਜਾਂਦਾ ਹੈ। ਕਈ ਵੇਲੇ ਹੁੰਦਾ ਹੈ ਕਿ ਇਲੈਕਟ੍ਰੀਕਲ ਐਂਡ ਹੀਟ ਕੰਡਕਟੀਵਿਟੀ ਨੂੰ ਇਨਕਰੀਜ਼ ਕਰਨ ਵਾਸਤੇ ਕਿਸੇ ਮਟੀਰੀਅਲ ਦੇ ਅੰਦਰ ਉਸ ਨੂੰ ਹੀਟ ਟਰੀਟਮੈਂਟ ਕੀਤਾ ਜਾਂਦਾ ਹੈ। ਐਂਡ ਸਮ ਹੀਟ ਟਰੀਟਮੈਂਟ ਮੈਥਡ ਰਿਲੀਵ ਸਟਰੈਸ ਇੰਡਿਊਸ ਇਨ ਅਰਲੀਅਰ ਕੋਲਡ ਵਰਕਿੰਗ ਪ੍ਰੋਸੈਸ। ਕਈ ਹੀਟ ਟਰੀਟਮੈਂਟ ਪ੍ਰੋਸੈਸ ਤਾਂ ਕੀਤੇ ਜਾਂਦੇ ਆ ਕਿਉਂਕਿ ਜਦੋਂ ਕੋਲਡ ਵਰਕਿੰਗ ਦੇ ਦੁਆਰਾ ਮਟੀਰੀਅਲ ਨੂੰ ਬੈਂਡ ਕੀਤਾ ਜਾਂਦਾ ਹੈ ਜਾਂ ਸ਼ੇਪ ਦਿੱਤੀ ਜਾਂਦੀ ਆ ਕੋਈ ਵੀ ਕੋਲਡ ਵਰਕਿੰਗ ਦੇ ਪ੍ਰੋਸੈਸ, ਉਸ ਤੋਂ ਬਾਅਦ ਕੀ ਹੁੰਦਾ ਉਹਦੇ ਅੰਦਰ ਸਟਰੈਸ ਬਹੁਤ ਜ਼ਿਆਦਾ ਪ੍ਰੋਡਿਊਸ ਹੋ ਜਾਂਦੀ। ਸੋ ਸਟਰੈਸ ਨੂੰ ਰਿਡਿਊਸ ਕਰਨ ਵਾਸਤੇ ਇੱਕ ਆਪਾਂ ਹੀਟ ਟਰੀਟਮੈਂਟ ਪ੍ਰੋਸੈਸ ਦਿੰਦੇ ਹਾਂ ਜਿਸ ਨੂੰ ਨੋਰਮਲਾਈਜ਼ਿੰਗ ਕਹਿੰਦੇ ਆ। ਸੋ ਨੈਕਸਟ ਹੈ ਫਾਈਨਲ ਆਊਟਕਮ ਡਿਪੈਂਡਸ ਔਨ ਡਿਫਰੈਂਟ ਫੈਕਟਰ ਦੀਜ਼ ਇੰਕਲੂਡ। ਸੋ ਜੋ ਆਪਣੇ ਫੈਕਟਰਸ ਆ, ਠੀਕ ਹੈ, ਜਿਸ ਦੇ ਉੱਤੇ ਹੀਟ ਟਰੀਟਮੈਂਟ ਪ੍ਰੋਸੈਸ ਟਿਕਿਆ ਆ। ਸੋ ਕਿਹੜੇ ਆ, ਟਾਈਮ ਆਫ ਹੀਟਿੰਗ, ਟਾਈਮ ਆਫ ਕੀਪਿੰਗ ਦੀ ਮੈਟਲ ਪਾਰਟ ਐਟ ਅ ਸਰਟਨ ਟੈਂਪਰੇਚਰ, ਰੇਟ ਆਫ ਕੂਲਿੰਗ। ਤਿੰਨ ਮੈਥਡਸ ਦੇ ਉੱਪਰ ਟਿਕਿਆ ਕਿ ਟਾਈਮ ਆਫ ਹੀਟਿੰਗ ਕਿੰਨਾ ਦੇਣਾ ਹੈ, ਠੀਕ ਹੈ, ਕਿ ਮੈਟਲ ਦਾ ਟੈਂਪਰੇਚਰ ਕਿੰਨਾ ਰਾਈਜ਼ ਕਰਾਂਗੇ ਅਤੇ ਰੇਟ ਆਫ ਕੂਲਿੰਗ ਫਾਸਟ ਹੋਣੀ ਚਾਹੀਦੀ ਹੈ। ਕਿ ਸਰਾਊਂਡਿੰਗ ਦਾ ਜੋ ਟੈਂਪਰੇਚਰ ਆ ਉਹ ਕਿੰਨਾ, ਉਹ ਕੰਡੀਸ਼ਨ ਕੀ ਹੈ, ਸਰਾਊਂਡਿੰਗ ਟੈਂਪਰੇਚਰ ਕਿੰਨਾ ਆ। ਸੋ ਸਾਰੇ ਦੇ ਸਾਰੇ ਪੈਰਾਮੀਟਰਸ ਡਿਪੈਂਡ ਕਰਦੇ ਹੀਟ ਟਰੀਟਮੈਂਟ ਮੈਥਡ ਦੇ ਉੱਤੇ, ਠੀਕ ਹੈ। ਅਤੇ ਟਾਈਪ ਆਫ ਮੈਟਲਸ ਕਿਹੜਾ ਆ ਮੈਟਲ, ਜੇਕਰ ਮੈਟਲ ਆਪਣੇ ਤੋਂ ਫੀਰਸ ਮੈਟਲ ਹੈ, ਠੀਕ ਹੈ, ਆਇਰਨ ਹੈ, ਉਹਦਾ ਮੈਲਟਿੰਗ ਪੁਆਇੰਟ ਜਿਹੜਾ ਉਹ ਸਟੀਲ ਨਾਲ ਬਹੁਤ ਘੱਟ ਹੁੰਦਾ। ਸੋ ਆਪਾਂ ਨੂੰ ਹੀਟ ਕਿੰਨੀ ਪ੍ਰੋਵਾਈਡ ਦੇਣੀ ਚਾਹੀਦੀ ਹੈ, ਠੀਕ ਹੈ। ਪਾਰਟ ਸਾਈਜ਼ ਮੀਨਸ ਕਿ ਪਾਰਟ ਜਿਹੜਾ ਜੋ ਆਪਾਂ ਹੀਟ ਟਰੀਟਮੈਂਟ ਦੇ ਜਾ ਰਹੇ ਹਾਂ, ਜਿਸਨੂੰ ਹੀਟ ਟਰੀਟਮੈਂਟ ਦੇਣਾ ਹੈ, ਉਸ ਪਾਰਟ ਦਾ ਜੋ ਸਾਈਜ਼ ਹੈ ਉਹ ਕਿੰਨਾ ਆ, ਵੱਡਾ ਆ, ਛੋਟਾ ਆ। ਸੋ ਸਾਰੀਆਂ ਚੀਜ਼ਾਂ, ਸਾਰੇ ਫੈਕਟਰਸ ਇਸ ਹੀਟ ਟਰੀਟਮੈਂਟ ਉੱਪਰ ਡਿਪੈਂਡ ਕਰਦੇ ਆ। ਸੋ ਨੈਕਸਟ ਹੈ ਹੀਟ ਟਰੀਟਮੈਂਟ ਪ੍ਰੋਸੈਸ ਸਟੈਪਸ। ਸੋ ਸਟੈਪ ਕਿੰਨੇ ਆ, 3 ਸਟੈਪਸ ਆ। ਫਸਟ ਸਟੈਪ ਹੈ ਹੀਟਿੰਗ। ਸੋ ਹੀਟਿੰਗ ਇਜ਼ ਫਸਟ ਮੈਥਡ ਕਿਉਂਕਿ ਵਿਦਾਊਟ ਹੀਟਿੰਗ ਆਪਾਂ, ਕਿਉਂਕਿ ਹੀਟ ਟਰੀਟਮੈਂਟ ਪ੍ਰੋਸੈਸ ਸਾਰਾ ਹੀਟਿੰਗ ਦੇ ਉੱਪਰ ਹੀ ਡਿਪੈਂਡ ਕਰਦਾ। ਸੋ ਫਸਟ ਸਟੈਪ ਹੀਟਿੰਗ ਹੈ। ਦੀ ਮਾਈਕਰੋਸਟਰਕਚਰ ਆਫ ਦੀ ਅਲੋਏ ਵਿਲ ਚੇਂਜ ਡਿਊਰਿੰਗ ਹੀਟਿੰਗ। ਹੀਟ ਟਰੀਟਮੈਂਟ ਹੀਟ ਇਜ਼ ਕੈਰੀਡ ਆਊਟ ਦੀ ਲਾਈਨ ਵਿਦ ਦੀ ਪ੍ਰਿਸਕ੍ਰਾਈਬ ਥਰਮਲ ਪ੍ਰੋਫਾਈਲ। ਸੋ ਆਪਾਂ ਜਦੋਂ ਕਿਸੇ ਵੀ ਮਟੀਰੀਅਲ ਨੂੰ ਹੀਟ ਪ੍ਰੋਵਾਈਡ ਕਰਦੇ ਹਾਂ ਤਾਂ ਉਹਦਾ ਇੱਕ ਮਾਈਕਰੋ ਸਟਰਕਚਰ ਜੋ ਹੈ, ਸੋ ਉਸਦੇ ਗ੍ਰੇਨ ਸਾਈਜ਼ ਹੈ, ਜੋ ਗ੍ਰੇਨ ਸਟਰਕਚਰ ਆ ਉਸਦਾ ਮਟੀਰੀਅਲ ਦਾ, ਸੋ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਕਾਈਨੈਟਿਕ ਐਨਰਜੀ ਪ੍ਰੋਡਿਊਸ ਹੁੰਦੀ ਹੈ ਮਟੀਰੀਅਲ ਦੇ ਅੰਦਰ, ਜਿਸ ਦੇ ਕਾਰਨ ਜੋ ਗ੍ਰੇਨ ਸਾਈਜ਼ ਹੈ ਇਸਦਾ ਉਹ ਚੇਂਜ ਹੋਣਾ ਸ਼ੁਰੂ ਹੋ ਜਾਂਦਾ। all the components are mixed homogeneously. This means that they cannot be identified individually even under a microscope।
ਸੋ ਆਫਟਰ ਹੀਟ ਟ੍ਰੀਟਮੈਂਟ, ਆਫਟਰ ਜਦੋਂ ਹੀਟ ਪ੍ਰੋਵਾਈਡ ਕਰਦੇ ਹਾਂ ਆਪਾਂ, ਹੀਟ ਪ੍ਰੋਵਾਈਡ ਕਰਨ ਤੋਂ ਬਾਅਦ ਜਿਹੜੇ ਕੰਪੋਨੈਂਟਸ ਹੁੰਦੇ ਆ, ਉਸ ਮਟੀਰੀਅਲ ਹੁੰਦਾ ਹੈ, ਅਲੋਇਜ਼ ਹੁੰਦੇ ਆ, ਉਸਦੇ ਅੰਦਰ ਜੋ ਐਲੀਮੈਂਟਸ ਹੁੰਦੇ ਆ ਉਹ ਆਪਸ 'ਚ ਮਿਕਸ ਹੋਣੇ ਸ਼ੁਰੂ ਹੋ ਜਾਂਦੇ ਆ। ਠੀਕ ਹੈ, ਸੋ ਉਹਨਾਂ ਦੀਆਂ ਪ੍ਰੋਪਰਟੀਜ਼ ਸੇਮ ਹੋਣੀਆਂ ਸ਼ੁਰੂ ਹੋ ਜਾਂਦੀਆਂ। ਹੋਲਡਿੰਗ ਮੀਨਸ ਕਿ ਕਿੰਨਾ ਟਾਈਮ ਜਿਹੜਾ ਆ ਪਾਰਟ ਨੂੰ ਆਪਾਂ ਹੀਟ ਪ੍ਰੋਵਾਈਡ ਕਰੀ ਜਾਣੀ ਆ। ਮੀਨਸ ਕਿ ਹੀਟ ਦੇ ਅੰਦਰ ਜੋ ਪਾਰਟ ਰੱਖਿਆ ਉਹ ਕਿੰਨੀ ਦੇਰ ਤੱਕ ਰੱਖਣਾ ਆ, ਸੋ ਉਸਨੂੰ ਹੋਲਡਿੰਗ ਕਹਿੰਦੇ ਆ। ਡਿਊਰਿੰਗ ਦੀ ਹੋਲਡਿੰਗ ਸੋਕਿੰਗ ਸਟੇਜ the metal is kept in the achieved temperature. Duration of that depend upon the requirement. The soaking time also depend upon the material type, part size. So holding time जो है, holding जो process है, so depend करता है requirement ਦੇ ਉੱਤੇ ਕੀ requirement ਕੀ ਹੈ ਆਪਣੀ, ਕਿ ਆਪਾਂ ਨੂੰ ਪ੍ਰੋਪਰਟੀਜ਼ ਕਿਹੜੀਆਂ ਚਾਹੀਦੀਆਂ ਮਟੀਰੀਅਲ ਦੇ ਉੱਪਰ, ਉਹਦੇ ਉੱਪਰ ਹੀ ਡਿਪੈਂਡ ਕਰਦਾ ਹੈ ਹੋਲਡਿੰਗ ਟਾਈਮ। ਸੋ ਨੈਕਸਟ ਹੈ ਮਟੀਰੀਅਲ ਦੀ ਟਾਈਪ ਕੀ ਆ ਐਂਡ ਪਾਰਟ ਸਾਈਜ਼ ਕਿਹੜਾ ਆ। ਠੀਕ ਹੈ, ਜੇਕਰ ਬਹੁਤ ਜ਼ਿਆਦਾ ਲਾਰਜ ਸਾਈਜ਼ ਆ ਕਿਸੇ ਪਾਰਟ ਦਾ, ਉਸ ਨੂੰ ਹੋਲਡਿੰਗ ਟਾਈਮ ਵੀ ਉਨਾ ਹੀ ਜ਼ਿਆਦਾ ਲੱਗਣਾ, ਕਿਉਂਕਿ ਲਾਰਜਰ ਪਾਰਟ ਨੂੰ ਹੀਟ ਕਰਨ ਵਾਸਤੇ ਜ਼ਿਆਦਾ ਟਾਈਮ ਚਾਹੀਦਾ ਆਪਾਂ ਨੂੰ। ਸੋ ਨੈਕਸਟ ਹੈ ਕੂਲਿੰਗ। ਸੋ ਲਾਸਟ ਸਟੇਜ ਹੈਗੀ ਕੂਲਿੰਗ। ਸੋ ਆਪਾਂ ਨੂੰ ਆਪਾਂ ਉਸ ਨੂੰ ਫਸਟ ਸਟੈਪ ਕੀਤਾ ਸੀ, ਹੀਟ ਕਰ ਲਿਆ, ਉਸ ਤੋਂ ਬਾਅਦ ਆਪਾਂ ਹੋਲਡ ਕੀਤਾ ਉਸ ਨੂੰ ਥੋੜ੍ਹੀ ਦੇਰ, ਉਸ ਤੋਂ ਬਾਅਦ ਕੂਲਿੰਗ ਵੀ ਕਰਨੀ ਹੈ, ਕਿਉਂਕਿ ਆਫਟਰ ਕੂਲਿੰਗ ਹੀ ਆਪਾਂ ਨੂੰ ਡਿਜ਼ਾਇਰਡ ਪ੍ਰੋਪਰਟੀਜ਼ ਦਾ ਪਤਾ ਲੱਗਣਾ ਹੈ। ਆਫਟਰ ਦੀ ਸੋਕਿੰਗ ਸਟੇਜ ਕੰਪਲੀਟ, ਦੀ ਮੈਟਲ ਮਸਟ ਬੀ ਕੂਲਡ ਇਨ ਦੀ ਪ੍ਰਿਸਕ੍ਰਾਈਬਡ ਮੈਨਰ। ਐਟ ਦਿਸ ਸਟੇਜ ਸਟਰਕਚਰਲ ਚੇਂਜਿਸ ਅਕਰ। ਸੋ ਆਫਟਰ ਕੂਲਿੰਗ ਕੀ ਹੁੰਦਾ ਆ ਕਿ ਆਪਾਂ ਨੂੰ ਜੋ ਉਹਦਾ ਜੋ ਸਟਰਕਚਰ ਹੈ, ਜੋ ਉਹਦਾ ਮਟੀਰੀਅਲ ਦਾ ਜੋ ਇੰਟਰਨਲ ਸਟਰਕਚਰ ਹੈ ਉਹ ਚੇਂਜ ਹੋ ਜਾਂਦਾ ਆਫਟਰ ਕੂਲਿੰਗ। ਡਿਫਰੈਂਟ ਮੀਡੀਆ ਹੁੰਦੇ ਆ, ਡਿਫਰੈਂਟ ਮੀਡੀਆ ਮੀਨਸ ਕਿ ਤਰ੍ਹਾਂ ਦੇ ਆਪਾਂ ਕੂਲਿੰਗ ਪ੍ਰੋਸੈਸ ਕੀਤੇ ਜਾਂਦੇ ਆ। ਜਾਂ ਤਾਂ ਉਹ ਪ੍ਰੋਸੈਸ ਵਾਟਰ ਦੇ ਅੰਦਰ ਡਿਪ ਕਰਕੇ ਵੀ ਕਰ ਸਕਦੇ ਹਾਂ, ਕਿ ਮਟੀਰੀਅਲ ਹੀਟ ਕੀਤਾ, ਵਾਟਰ ਦੇ ਅੰਦਰ ਡਿਪ ਕੀਤਾ, ਜਾਂ ਉਹ ਬ੍ਰਾਈਨ ਦੇ ਅੰਦਰ ਆਇਲ ਹੁੰਦਾ ਹੈ। ਠੀਕ ਹੈ, ਮੀਨਸ ਕਿ ਫੋਰਸ ਏਅਰ ਕੰਟਰੋਲ ਐਟ ਦੀ ਰੇਟ ਆਫ ਕੂਲਿੰਗ। ਆਪਾਂ ਕੀ ਇੱਕ ਬਲੋਅਰਸ ਲੱਗੇ ਹੁੰਦੇ ਆ, ਉਸ ਦੇ ਵਿੱਚ ਮਟੀਰੀਅਲ ਨੂੰ ਹੀਟ ਕਰਕੇ ਉਸ ਤੋਂ ਬਾਅਦ ਠੰਡਾ ਕੀਤਾ ਜਾਂਦਾ। ਦੀ ਸੀਕੁਐਂਸ ਆਫ ਕੂਲਿੰਗ ਮੀਡੀਆ ਨੇਮ ਅਬਵ ਇਜ਼ ਦੀ ਡਿਕਰੀਜ਼ਿੰਗ ਆਰਡਰ ਆਫ ਇਫੈਕਟਿਵ ਰੇਟ ਆਫ ਕੂਲਿੰਗ। ਬ੍ਰਾਈਨ ਅਬਜ਼ੋਰਬ ਹੀਟ ਫਾਸਟਰ ਵਾਈਲ ਦੀ ਏਅਰ ਇਜ਼ ਸਲੋਅਸਟ। ਸੋ ਕੀ ਹੁੰਦਾ ਆ ਕਿ ਕਿਸੇ ਦਾ ਰੇਟ ਬਹੁਤ ਜ਼ਿਆਦਾ, ਕੂਲਿੰਗ ਰੇਟ ਬਹੁਤ ਜ਼ਿਆਦਾ ਹੁੰਦਾ ਹੈ, ਕਿਉਂਕਿ ਵਾਟਰ ਦਾ ਕੂਲਿੰਗ ਰੇਟ ਬਹੁਤ ਘੱਟ ਹੁੰਦਾ ਹੈ। ਸਭ ਤੋਂ ਜ਼ਿਆਦਾ ਜੋ ਘੱਟ ਰੇਟ ਆ ਉਹ ਏਅਰ ਦਾ ਹੈ। ਠੀਕ ਹੈ, ਏਅਰ ਦਾ ਜੋ ਕੂਲਿੰਗ ਰੇਟ ਆ ਬਹੁਤ ਘੱਟ ਹੁੰਦਾ ਆ, ਵਾਟਰ ਦਾ ਆਇਲ ਨਾਲੋਂ ਜ਼ਿਆਦਾ ਹੁੰਦਾ ਹੈ। ਅਤੇ ਬ੍ਰਾਈਨ ਇੱਕ ਕੀ ਹੈ, ਫਲੂਇਡ ਹੈ। ਠੀਕ ਹੈ, ਜਿੱਦਾਂ ਕਿ ਪੈਟਰੋਲ ਡੀਜ਼ਲ ਹੁੰਦਾ ਆ, ਉੱਦਾਂ ਹੀ ਇੱਕ ਬ੍ਰਾਈਨ ਇੱਕ ਫਲੂਇਡ ਹੈ। ਠੀਕ ਹੈ, ਕੂਲਿੰਗ ਵਾਸਤੇ ਯੂਜ਼ ਕੀਤਾ ਜਾਂਦਾ। ਸੋ ਇਟ ਇਜ਼ ਪੋਸੀਬਲ ਟੂ ਯੂਜ਼ ਫਰਨੈਸ ਇਨ ਦੀ ਕੂਲਿੰਗ ਪ੍ਰੋਸੈਸ। ਕਈ ਵੇਲੇ ਆਪਾਂ ਨੂੰ ਡਿਜ਼ਾਇਰ ਪ੍ਰੋਪਰਟੀਜ਼ ਲੈਣ ਲਈ ਆਪਾਂ ਨੂੰ ਕੀ ਕੀਤਾ ਜਾਂਦਾ, ਮਟੀਰੀਅਲ ਨੂੰ ਆਪਾਂ ਫਰਨੈਸ ਦੇ ਵਿੱਚ, ਭੱਠੀ ਦੇ ਵਿੱਚ ਵੀ ਆਪਾਂ ਨੂੰ ਉਸ ਨੂੰ ਠੰਡਾ ਕੀਤਾ ਜਾਂਦਾ, ਕਿਉਂਕਿ ਉਹ ਜਿੱਦਾਂ ਦਾ ਸਲੋ ਠੰਡਾ ਹੁੰਦਾ ਆ, ਉਸ ਦੇ ਅੰਦਰ ਇੰਟਰਨਲ ਜੋ ਸਟਰੈਸ ਹੈ, ਪ੍ਰੋਡਿਊਸ ਹੋਇਆ ਸਟਰੈਸ ਹੈ, ਉਹ ਘਟਣਾ ਸ਼ੁਰੂ ਹੋ ਜਾਂਦਾ। ਸੋ ਉਸ ਨੂੰ ਸਲੋ ਕੂਲਿੰਗ ਪ੍ਰੋਸੈਸ ਕਿਹਾ ਜਾਂਦਾ। ਦਿਸ ਕੰਟਰੋਲ ਇਨਵਾਇਰਮੈਂਟ ਅਲਾਉ ਟੂ ਹਾਈ ਪ੍ਰੀਸੀਜਨ ਵੈਨ ਸਲੋ ਕੂਲਿੰਗ ਇਜ਼ ਨੈਸੈਸਰੀ। ਸੋ ਇਹ ਤਾਂ ਹੋ ਗਿਆ ਆਪਾਂ ਨੇ ਹੀਟ ਟਰੀਟਮੈਂਟ। ਫਸਟ ਉਹਨੂੰ ਹੀਟ ਕਰਦੇ ਹਾਂ, ਠੀਕ ਹੈ, ਸੈਕਿੰਡ ਹੋਲਡ ਟਰੈਕ ਕਰਦੇ ਹਾਂ, ਐਂਡ ਲਾਸਟ ਸਟੇਜ ਹੈ ਕੂਲਿੰਗ। ਸੋ ਤਿੰਨੇ ਹੀ ਫੈਕਟਰ ਜਿਹੜੇ ਆ ਉਹ ਡਿਸਾਈਡ ਕਰਦੇ ਆ ਕਿ ਮਟੀਰੀਅਲ ਦੀ ਪ੍ਰੋਪਰਟੀਜ਼ ਕਿੱਦਾਂ ਬਣਨਗੀਆਂ। ਠੀਕ ਹੈ, ਸੋ ਹੀਟ ਵੀ ਕਿੰਨੀ ਹੀਟ ਪ੍ਰੋਵਾਈਡ ਦੇਣੀ ਚਾਹੀਦੀ ਹੈ। ਠੀਕ ਹੈ, ਉਹ ਵੀ ਡਿਸਾਈਡ ਕਰਦੀ ਹੈ ਕਿ ਮਟੀਰੀਅਲ ਦੀ ਪ੍ਰੋਪਰਟੀਜ਼ ਕਿੱਦਾਂ ਦੀ ਹੋਵੇ। ਠੀਕ ਹੈ, ਲਾਸਟ ਵਿੱਚ ਜੋ ਮਟੀਰੀਅਲ ਹੀਟ ਟਰੀਟਮੈਂਟ ਤੋਂ ਬਾਅਦ ਨਿਕਲਦਾ ਬਾਹਰ, ਜਦੋਂ ਹੀਟ ਟਰੀਟਮੈਂਟ ਤੋਂ ਬਾਹਰ ਨਿਕਲਦਾ ਹੈ, ਉਹ ਹੀ ਡਿਸਾਈਡ ਕਰਦਾ ਹੈ ਕਿ ਮਟੀਰੀਅਲ ਦੀ ਪ੍ਰੋਪਰਟੀਜ਼ ਕਿੱਦਾਂ ਦੀ ਬਣ ਕੇ ਬਾਹਰ ਆਈ ਆ। ਠੀਕ ਹੈ, ਸੋ ਹੋਲਡਿੰਗ ਐਂਡ ਕੂਲਿੰਗ, ਫਸਟ ਹੀਟਿੰਗ, ਹੋਲਡਿੰਗ ਐਂਡ ਕੂਲਿੰਗ ਤਿੰਨਾਂ ਹੀ ਡਿਸਾਈਡ ਕਰਦੀਆਂ ਕਿ ਮਟੀਰੀਅਲ ਦੀ ਪ੍ਰੋਪਰਟੀਜ਼ ਆਪਾਂ ਨੂੰ ਕਿੱਦਾਂ ਦੀ ਚਾਹੀਦੀ, ਉੱਦਾਂ ਦੇ ਹੀ ਆਪਾਂ ਉਸ ਨੂੰ ਕਰਦੇ ਹਾਂ। ਠੀਕ ਹੈ, ਥੈਂਕਸ।